ਹਾਂਜੀ ਸੰਗਤ ਜੀ, ਸਵਾਲ ਹੈ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਪਿਛਲੇ ਜਨਮ 'ਚ ਭਗਤੀ ਕੀਤੀ ਕਿ ਨਹੀਂ। ਵਾਹਿਗੁਰੂ ਇਹ ਬੇਨਤੀ ਇਸ ਤਰ੍ਹਾਂ ਹੈ ਕਿ ਪਿਛਲੇ ਜਨਮ ਦੀ ਭਗਤੀ ਤੁਸੀਂ ਕੀਤੀ ਕਿ ਨਹੀਂ। ਇਹਦਾ ਜਵਾਬ ਪਹਿਲੀ ਗੱਲ ਤੇ ਬੜਾ ਕਲੀਅਰ ਆ। ਜੇ ਅਸੀਂ ਭਗਤੀ ਕੀਤੀ ਹੁੰਦੀ, ਸਾਡੀ ਭਗਤੀ ਕਬੂਲ ਹੋਈ ਹੁੰਦੀ ਤੇ ਸਾਨੂੰ ਆਹ ਜਨਮ ਨਹੀਂ ਸੀ ਮਿਲਣਾ। ਸਾਡਾ ਜਨਮ ਮਰਨ ਕੱਟਿਆ ਜਾਣਾ ਸੀ। ਇੱਥੋਂ ਮਤਲਬ ਕਿ ਤੁਸੀਂ ਆਪ ਸੋਚ ਸਕਦੇ ਆ ਕਿ ਅਸੀਂ ਪਿਛਲੇ ਜਨਮ 'ਚ ਭਗਤੀ ਕੀਤੀ ਕਿ ਨਹੀਂ ਕੀਤੀ। ਜੇ ਭਗਤੀ ਕੀਤੀ ਹੁੰਦੀ ਅਸੀਂ ਜਨਮ ਮਰਨ ਤੋਂ ਮੁਕਤ ਹੋਏ ਹੁੰਦੇ। ਸਾਨੂੰ ਦੁਬਾਰਾ ਇਸ ਜਨਮ 'ਚ ਆਉਣ ਦੀ ਲੋੜ ਨਹੀਂ ਸੀ ਪੈਣੀ। ਅਸੀਂ ਸੱਚਖੰਡ ਵਾਸੀ ਹੋ ਚੁੱਕੇ ਹੁੰਦੇ, ਬੈਕੁੰਠ ਵਾਸੀ ਹੋ ਚੁੱਕੇ ਹੁੰਦੇ। ਜੇ ਸਾਡਾ ਜਨਮ ਹੋ ਗਿਆ ਇਟਸ ਮੀਨਸ ਅਸੀਂ ਭਗਤੀ ਨਹੀਂ ਕੀਤੀ। ਔਰ ਗੁਰਬਾਣੀ ਇਸ ਚੀਜ਼ ਨੂੰ ਪੱਕੇ ਤੌਰ 'ਤੇ ਚੈਲੰਜ ਦੇ ਰਹੀ। ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਜੇ ਇਨਸਾਨ ਦੇ ਜੀਵਨ ਦੇ ਵਿੱਚ ਤੂੰ ਆਇਆ, ਇਨਸਾਨੀ ਜੂਨ ਜੇ ਤੂੰ ਹੰਢਾ ਰਿਹਾ, ਸੋ ਇਹ ਵਾਹਿਗੁਰੂ ਨੂੰ ਮਿਲਣ ਦੀ ਤੇਰੀ ਵਾਰੀ ਆ। ਇਸ ਜਨਮ 'ਚ ਕੁਝ ਬੰਦਗੀ ਕਰਕੇ, ਭਗਤੀ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਲਓ। ਇਹਦੇ ਤੋਂ ਬਾਅਦ ਦੂਜੀ ਵਾਰੀ ਮਿਲੇ ਕਿ ਨਾ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਇਸੇ ਵਾਸਤੇ ਗੁਰਮਤਿ ਦੇ ਵਿੱਚ ਨਿਤਨੇਮ ਅਤੇ ਸਿਮਰਨ 'ਤੇ ਜ਼ਿਆਦਾ ਜ਼ੋਰ ਇਸ ਕਰਕੇ ਹੀ ਦਿੱਤਾ ਜਾਂਦਾ ਕਿਉਂਕਿ ਕਈ ਵਾਰ ਸਾਡੇ ਕਰਮ ਸੰਸਕਾਰ ਭੈੜੇ ਪੈਣੇ ਸ਼ੁਰੂ ਹੋ ਜਾਂਦੇ। ਸੂਖਸ਼ਮ ਹਉਮੈ ਜਨਮ ਲੈ ਲੈਂਦੀ। ਅਸੀਂ ਥੋੜ੍ਹੀ ਜਿਹੀ ਸੇਵਾ ਕਰਦੇ ਹਾਂ, ਥੋੜ੍ਹਾ ਜਿਹਾ ਪਾਠ ਕਰਦੇ ਹਾਂ, ਥੋੜ੍ਹਾ ਜਿਹਾ ਸਿਮਰਨ ਕਰਦੇ ਹਾਂ ਅਤੇ ਅਸੀਂ ਨਾ ਬੜੇ ਅੱਡੀਆਂ ਚੁੱਕ ਚੁੱਕ ਤੁਰਨਾ ਸ਼ੁਰੂ ਕਰ ਦਿੰਦੇ। ਸਾਰਿਆਂ ਨੂੰ ਦੱਸਣਾ ਕਿ ਮੇਰੇ ਜਿੱਡਾ ਭਗਤੀ ਕੋਈ ਨਹੀਂ। ਤਾਂ ਉਹ ਸਾਡਾ ਜਿਹੜਾ ਇੱਦਾਂ ਦਾ ਕਰਮ ਹੁੰਦਾ, ਉਹ ਸਾਡੀ ਕੀਤੀ ਹੋਈ ਭਗਤੀ ਨੂੰ ਫਲ ਨਹੀਂ ਪੈਣ ਦਿੰਦਾ। ਹੁਣ ਕੋਈ ਰੁੱਖ ਹੋਵੇ ਨਾ ਅਤੇ ਉਹਨੂੰ ਫਲ ਪੈਣ 'ਤੇ ਆਇਆ ਹੋਵੇ, ਬੂਰ ਪਿਆ ਹੋਵੇ, ਫੁੱਲ ਪਾਏ ਹੋਣ, ਉਹਨੂੰ ਪਾਣੀ ਦੇਣਾ ਬੰਦ ਕਰ ਦਿਉ ਅਤੇ ਉਹਦਾ ਜਿੰਨਾ ਫਲ ਫੁੱਲ ਪਿਆ ਉਹ ਸਾਰਾ ਝੜ ਕੇ ਸੜ ਕੇ ਥੱਲੇ ਗਿਰ ਜਾਂਦਾ। ਫਿਰ ਉਹਨੂੰ ਦੁਬਾਰਾ ਅਗਲੇ ਸੀਜ਼ਨ ਤੱਕ ਵੇਟ ਕਰਨੀ ਪੈਂਦੀ, ਉਹ ਨਿਰਾਰਥ ਚਲਾ ਜਾਂਦਾ। ਇਸੇ ਤਰੀਕੇ ਜਦੋਂ ਸਾਡੇ ਅੰਦਰ ਭਗਤੀ ਕਰਦੇ ਹਾਂ, ਸਿਮਰਨ ਕਰਦੇ ਹਾਂ ਜਾਂ ਪਾਠ ਪੂਜਾ ਬਾਣੀ ਜੋ ਵੀ ਅਸੀਂ ਨਿੱਤ ਦੇ ਕਰਮ ਕਰਦੇ ਹਾਂ, ਉਹ ਕਰਦੇ ਹਾਂ ਸਾਡੇ ਅੰਦਰ ਜਦੋਂ ਸੂਖਸ਼ਮ ਹਉਮੈ ਆਉਂਦੀ ਆ, ਉਹ ਸਾਡੇ ਇਹਨਾਂ ਨੇਕ ਕਰਮਾਂ ਦੇ ਫਲ ਨੂੰ ਝਾੜ ਦਿੰਦੀ ਆ। ਸੋ ਸੰਗਤ ਜੀ, ਇੱਥੇ ਬੜੇ ਨਿਮਾਣੇ, ਬੜੇ ਨਿਰਵਾਣ ਰਹਿ ਕੇ, ਬੜੇ ਦ੍ਰਿੜ ਨਿਸ਼ਚੇ ਦੇ ਨਾਲ ਵਾਹਿਗੁਰੂ ਦੀ ਬੰਦਗੀ ਕਰਕੇ ਆਪਣੀ ਬੰਦਗੀ ਨੂੰ ਥੋੜ੍ਹਾ ਝੱਲ ਕੇ ਵੀ ਰੱਖਣਾ ਪੈਂਦਾ ਕਿ ਹਾਂ ਬਈ ਜੇ ਮੈਂ ਘੰਟਾ ਇੱਕ ਸਿਮਰਨ ਕਰ ਲਿਆ ਅਤੇ ਹੁਣ ਮੈਂ ਇਹਨੂੰ ਪਚਾ ਵੀ ਲਵਾਂ। ਡਾਈਟ ਖਾਣੀ ਮਾੜੀ ਚੀਜ਼ ਨਹੀਂ ਹੁੰਦੀ, ਪਰ ਭਲਵਾਨ ਉਹ ਹੀ ਬਣਦਾ ਜਿਹਨੂੰ ਖਾਧੀ ਹੋਈ ਡਾਈਟ ਪਚ ਜਾਂਦੀ ਹੈ। ਜਿਹੜਾ ਪਚਾਉਣਾ ਨਹੀਂ ਜਾਣਦਾ ਉਹਦੀ ਉਲਟੀ ਰਾਹ ਬਾਹਰ ਆ ਜਾਏਗੀ ਜਾਂ ਉਹਨੂੰ ਦਸਤ ਰੋਗ ਹੋ ਜਾਏਗਾ। ਸੋ ਸੰਗਤ ਜੀ, ਇਹਦੇ ਵਿੱਚ ਬੈਲੈਂਸ ਕਰਨਾ ਬੜਾ ਜ਼ਰੂਰੀ ਹੁੰਦਾ ਅਤੇ ਇਹ ਬੈਲੈਂਸ ਸਾਨੂੰ ਬਣਾ ਕੇ ਰੱਖਣਾ ਚਾਹੀਦਾ। ਬਾਕੀ ਪਿਛਲੇ ਜਨਮ 'ਚ ਅਸੀਂ ਭਗਤੀ ਕੀਤੀ ਕਿ ਨਹੀਂ ਕੀਤੀ, ਇਹਦਾ ਰਿਜ਼ਲਟ ਹੀ ਆ ਕਿ ਅਸੀਂ ਇਸ ਜਨਮ 'ਚ ਦੁਬਾਰਾ ਆ ਗਏ। ਜੇ ਅਸੀਂ ਭਗਤੀ ਕੀਤੀ ਹੁੰਦੀ ਅਸੀਂ ਇਸ ਜਨਮ 'ਚ ਨਹੀਂ ਸੀ ਆਉਣਾ, ਫਿਰ ਸਾਡਾ ਉਦੋਂ ਹੀ ਨਿਬੇੜਾ ਹੋ ਜਾਣਾ ਸੀ। ਜੇ ਸਾਡੀ ਉੱਥੇ ਕੋਈ ਕਾਣ ਕਸਰ ਕੋਈ ਕਮੀ ਰਹਿ ਗਈ, ਸਾਡੀ ਉਹ ਭਗਤੀ ਕਬੂਲ ਨਹੀਂ ਹੋਈ, ਤਾਂ ਹੀ ਸਾਨੂੰ ਇਸ ਜਨਮ 'ਚ ਆਉਣਾ ਪਿਆ ਨਾ। ਔਰ ਇਸ ਜਨਮ 'ਚ ਵੀ ਅਸੀਂ ਆਏ ਹੋਵਾਂਗੇ ਅਤੇ ਪਤਾ ਨਹੀਂ ਅਸੀਂ 84 ਲੱਖ ਦਾ ਗੇੜਾ ਲਾ ਕੇ ਹੀ ਆਏ ਹੋਈਏ, ਇਹ ਵੀ ਨਹੀਂ ਸਾਨੂੰ ਪਤਾ। ਸੋ ਸੰਗਤ ਜੀ, ਪਰ ਜਦੋਂ ਇਸ ਜਨਮ ਦੇ ਵਿੱਚ ਅਸੀਂ ਸੁਰਤ ਸ਼ਬਦ ਦਾ ਮੇਲ ਕਰ ਲੈਂਦੇ ਹਾਂ, ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਮਿਲ ਲੈਂਦੇ ਹਾਂ, ਉਦੋਂ ਸੱਚੇ ਪਾਤਸ਼ਾਹ ਸਾਨੂੰ ਅੱਖਾਂ ਬਖਸ਼ ਦਿੰਦੇ ਨੇ। ਅਸੀਂ ਆਪਣੇ ਅੱਗੇ ਪਿੱਛੇ ਚਾਰ ਚੁਫੇਰੇ ਝਾਤੀ ਮਾਰ ਸਕਦੇ ਹਾਂ। ਉਸ ਵਕਤ ਅਸੀਂ ਆਪਣਾ
ਆਪ ਪਤਾ ਲਾ ਸਕਦੇ ਹਾਂ ਕਿ ਅਸੀਂ ਪਿਛਲੇ ਜਨਮ 'ਚ ਕੀ ਸੀ। ਫਿਰ ਇੱਕ ਜਨਮ 'ਚ ਨਹੀਂ, ਫਿਰ ਅਸੀਂ ਹਜ਼ਾਰਾਂ ਹੀ ਜਨਮ ਪਿੱਛੇ ਵੇਖ ਸਕਦੇ ਹਾਂ ਕਿ ਅਸੀਂ ਪਿਛਲੇ ਜਨਮਾਂ 'ਚ ਕੀ ਸੀ। ਫਿਰ ਉਹ ਇਸੇ ਕਰਕੇ ਲਿਖਦੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਫਿਰ ਉੱਥੇ ਭਗਤ ਰਵਿਦਾਸ ਜੀ ਕਰਕੇ ਇਹ ਗੱਲ ਕਹਿ ਗਏ। ਫਿਰ ਨੰਦ ਲਾਲ ਜੀ ਨੇ ਵੀ ਇੱਕ ਜਗ੍ਹਾ 'ਤੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿਹਾ ਸੀ, ਕਹਿੰਦੇ ਵਾਹਿਗੁਰੂ ਮੈਂ ਤਾਂ ਤੁਹਾਡੇ ਤੋਂ ਉਦੋਂ ਦਾ ਵਿਛੜਿਆ ਜਦੋਂ ਕਿਤੇ ਆ ਚੰਦ ਸੂਰਜ ਤਾਰੇ ਸਿਆਰੇ ਤੁਸੀਂ ਬਣਾਏ ਸੀ ਨਾ, ਮੈਂ ਉਦੋਂ ਦਾ ਹੀ ਵਿਛੜਿਆ, ਕਿਤੇ ਧੱਕੇ ਖਾਣ ਡਿਆ। ਸੋ ਸੰਗਤ ਜੀ, ਇਹ ਜਿਹੜੀਆਂ ਚੀਜ਼ਾਂ ਇਹ ਕੋਈ ਮੈਟਰ ਨਹੀਂ ਰੱਖਦੀਆਂ। ਨਾ ਸਾਡਾ ਭਵਿੱਖ ਕੋਈ ਮੈਟਰ ਰੱਖਦਾ, ਨਾ ਸਾਡਾ ਕੋਈ ਭੂਤ ਮੈਟਰ ਰੱਖਦਾ। ਮੈਟਰ ਰੱਖਦਾ ਸਾਡਾ ਵਰਤਮਾਨ, ਸਾਡਾ ਪ੍ਰੈਜੈਂਟ ਟਾਈਮ, ਕਿ ਪ੍ਰੈਜੈਂਟ ਟਾਈਮ 'ਚ ਅਸੀਂ ਕੀ ਕਰ ਰਹੇ, ਕੀ ਕਮਾਈ ਕਰ ਰਹੇ। ਕਿਉਂਕਿ ਆਉਣ ਵਾਲੇ ਕੁਝ ਪਲਾਂ ਤੱਕ ਆ ਜਿਹੜਾ ਹੁਣ ਸਾਡਾ ਪ੍ਰੈਜੈਂਟ ਆ, ਇਹ ਸਾਡਾ ਪਾਸਟ ਬਣ ਜਾਏਗਾ। ਔਰ ਜਿਹੜਾ ਸਾਡਾ ਫਿਊਚਰ ਆ ਉਹ ਸਾਡਾ ਪ੍ਰੈਜੈਂਟ ਬਣ ਕੇ ਪਾਸਟ ਬਣੇਗਾ। ਇਸ ਕਰਕੇ ਉਹ ਦੋਵੇਂ ਵਕਤ ਸਾਡੇ ਹੱਥ 'ਚ ਤਾਂ ਆ ਸਕਦੇ ਜੇ ਅਸੀਂ ਆਪਣੇ ਪ੍ਰੈਜੈਂਟ ਨੂੰ ਸਾਂਭ ਲਈਏ। ਹੁਣ ਦਾ ਸਾਂਭਿਆ ਹੋਇਆ ਪ੍ਰੈਜੈਂਟ ਜੇ ਅਸੀਂ ਸਿਮਰਨ ਕਰਕੇ ਗੁਜ਼ਾਰਿਆ, ਘੰਟਾ, ਅੱਧਾ ਘੰਟਾ, 2 ਘੰਟੇ, 4 ਘੰਟੇ, ਉਹ ਸਾਡਾ ਆਉਣ ਵਾਲੇ ਸਮੇਂ 'ਚ ਭੂਤਕਾਲ ਬਣ ਜਾਏਗਾ ਜਿਹਦੇ ਵਿੱਚ ਅਸੀਂ ਬੰਦਗੀ ਕੀਤੀ ਸੀ। ਅਤੇ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਸਾਡਾ ਆਉਣ ਵਾਲਾ ਸਮਾਂ ਆ, ਫਿਊਚਰ ਆ ਸਾਡਾ, ਉਹ ਸਾਡਾ ਵਰਤਮਾਨ ਬਣ ਕੇ ਗੁਜ਼ਰੇਗਾ। ਅਤੇ ਉਹ ਵਰਤਮਾਨ ਜਦੋਂ ਬਣੇਗਾ, ਅਸੀਂ ਟਰਾਈ ਕਰਨੀ ਕਿ ਉਹ ਜਦੋਂ ਵਰਤਮਾਨ ਬਣਿਆ ਅਸੀਂ ਉਹਦੇ 'ਚ ਵੀ ਬੰਦਗੀ ਕਰੀਏ ਤਾਂ ਕਿ ਸਾਡਾ ਫਿਊਚਰ ਵੀ ਬਰਾਈਟ ਹੋ ਸਕੇ। ਸੋ ਇਸ ਸਵਾਲ ਦੇ ਜਵਾਬ 'ਚ ਇੰਨੀਆਂ ਹੀ ਬੇਨਤੀਆਂ ਸੀ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।